ਹੈਲੋ, ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਟੈਲੀ ERP9 ਫੁੱਲ ਕੋਰਸ। ਤੁਸੀਂ ਇਸ ਕੋਰਸ ਦੇ ਵਿੱਚ ਟੈਲੀ ERP9 ਫੁੱਲ ਸਿੱਖ ਸਕਦੇ ਹੋ। ਇਸ ਵਿੱਚ ਅਸੀਂ ਟੈਲੀ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ, ਜਾਂ ਇਵੇਂ ਕਹਿ ਲਈਏ ਕਿ ਸਟਾਰਟ ਤੋਂ ਲੈ ਕੇ ਐਡਵਾਂਸ ਤੱਕ ਅਸੀਂ ਇਸ ਵਿੱਚ ਕੰਮ ਕਰਾਂਗੇ। ਅਤੇ ਤੁਸੀਂ ਮੇਰੀਆਂ ਵੀਡੀਓ ਨਾਲ ਮੈਂ 30 ਤੋਂ 40 ਮਿੰਟ ਦੀ ਇੱਕ ਵੀਡੀਓ ਬਣਾਵਾਂਗਾ ਜਿਸ ਦੇ ਵਿੱਚ ਸਾਰੀ ਇਨਫੋਰਮੇਸ਼ਨ ਦਿੱਤੀ ਜਾਏਗੀ। ਠੀਕ ਹੈ, ਇਹਨਾਂ ਦਾ ਕੁਛ ਆਪਾਂ ਇੱਕ ਪਲੇਲਿਸਟ ਤਿਆਰ ਕਰਾਂਗੇ ਜਿਸ ਦੇ ਵਿੱਚ ਤੁਸੀਂ ਸਾਰੀ ਦੀ ਸਾਰੀ ਟੈਲੀ ਜਿਹੜੀ ਹੈ ਉਹ ਸਿੱਖ ਸਕਦੇ ਹੋ। ਚਲੋ ਆਪਾਂ ਸਟਾਰਟ ਕਰਦੇ ਹਾਂ ਟੈਲੀ ਸਿੱਖਣ ਦੇ ਲਈ। ਮੈਂ ਤੁਹਾਨੂੰ ਦੱਸ ਦਿੰਦਾ ਕਿ ਇਸ ਦੇ ਵਿੱਚ ਆਪਾਂ ਕੀ ਸਿੱਖਾਂਗੇ। ਸਭ ਤੋਂ ਪਹਿਲਾਂ ਕਿ ਅਸੀਂ ਕਿਹੜੇ ਟੌਪਿਕ ਇਸ ਦੇ ਵਿੱਚ ਕਵਰ ਕਰਾਂਗੇ। ਅਸੀਂ ਟੈਲੀ ERP ਦਾ ਫੁੱਲ ਕੋਰਸ ਕਰਾਂਗੇ, GST ਰਿਟਰਨ ਫਾਈਲਿੰਗ ਕਰਾਂਗੇ, ਇਨਕਮ ਟੈਕਸ ਰਿਟਰਨ ਫਾਈਲਿੰਗ ਕਰਾਂਗੇ, ਬੈਲੈਂਸ ਸ਼ੀਟ ਬਾਰੇ ਸਿੱਖਾਂਗੇ, ਪ੍ਰੋਫਿਟ ਐਂਡ ਲਾਸ ਸਟੇਟਮੈਂਟ ਬਾਰੇ ਸਿੱਖਾਂਗੇ, ਆਡਿਟਿੰਗ ਬਾਰੇ ਸਿੱਖਾਂਗੇ। ਉਸ ਤੋਂ ਬਾਅਦ ਅਸੀਂ ਟੈਲੀ ਐਡਵਾਂਸ ਅਤੇ ਟੈਲੀ ਬੈਕਅਪ, ਟੈਲੀ ਦੇ ਵਿੱਚ ਬੈਕਅਪ ਕਿਵੇਂ ਲਿਆ ਜਾਂਦਾ ਹੈ ਉਸ ਬਾਰੇ ਵੀ ਅਸੀਂ ਸਿੱਖਾਂਗੇ। ਵਾਟ ਇਜ਼ ਟੈਲੀ ERP9? ਟੈਲੀ ਹੈ ਕੀ? ਟੈਲੀ ਇੱਕ ਕੰਪਿਊਟਰ ਸੋਫਟਵੇਅਰ ਹੈ, ਅਕਾਊਂਟਿੰਗ ਕੰਪਿਊਟਰ ਸੋਫਟਵੇਅਰ ਹੈ ਜਿਸ ਦੇ ਵਿੱਚ ਅਸੀਂ ਆਪਣੇ ਅਕਾਊਂਟ ਨੂੰ ਮੈਨੇਜ ਕਰ ਸਕਦੇ ਹਾਂ। ਇਹ ਇੱਕ ਕੰਪਿਊਟਰ ਪ੍ਰੋਗਰਾਮ ਹੈ ਜੋ ਤੁਹਾਡੇ ਕੰਪਿਊਟਰ ਦੇ ਉੱਤੇ ਇੰਸਟਾਲ ਹੋ ਜਾਂਦਾ ਹੈ। ਇੱਕ ਜਾਂ ਇੱਕ ਤੋਂ ਜ਼ਿਆਦਾ ਕੰਪਿਊਟਰ ਦੇ ਉੱਤੇ ਤੁਸੀਂ ਇਸ ਨੂੰ ਇੰਸਟਾਲ ਕਰ ਸਕਦੇ ਹੋ। ਇਹ ਜਿਹੜਾ ਸੋਫਟਵੇਅਰ ਹੈ ਇਹ ਸਪੈਸ਼ਲੀ ਡਿਜ਼ਾਈਨ ਕੀਤਾ ਗਿਆ ਹੈ ਅਕਾਊਂਟਿੰਗ ਨੂੰ ਮੱਦੇਨਜ਼ਰ ਰੱਖਦੇ ਹੋਏ। ਮਤਲਬ ਕਹਿਣ ਦਾ ਇਹ ਹੈ ਕਿ ਤੁਸੀਂ ਅਕਾਊਂਟਿੰਗ ਦਾ ਕੋਈ ਕੰਮ ਕਰਨਾ ਹੈ ਤਾਂ ਟੈਲੀ ਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਯੂ ਕੈਨ ਇੰਸਟਾਲ ਇਟ ਮੋਰ ਦੈਨ ਵਨ ਕੰਪਿਊਟਰਸ। ਤੁਸੀਂ ਇੱਕ ਤੋਂ ਜ਼ਿਆਦਾ ਕੰਪਿਊਟਰਸ ਦੇ ਉੱਪਰ ਵੀ ਇਸ ਨੂੰ ਇੰਸਟਾਲ ਕਰ ਸਕਦੇ ਹੋ। ਵਾਟ ਇਜ਼ ਅਕਾਊਂਟਿੰਗ? ਅਕਾਊਂਟਿੰਗ ਕੀ ਹੁੰਦਾ ਹੈ? ਅਕਾਊਂਟਿੰਗ ਜੋ ਹੈ ਉਹ ਅਸੀਂ ਇਵੇਂ ਕਹਿ ਸਕਦੇ ਹਾਂ ਕਿ ਕੋਈ ਵੀ ਬਿਜ਼ਨਸ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਨ ਵਾਸਤੇ ਅਸੀਂ ਅਕਾਊਂਟਿੰਗ ਜੋ ਹੈ ਉਸ ਨੂੰ ਯੂਜ਼ ਕਰਦੇ ਹਾਂ। ਪੁਰਾਣੇ ਜ਼ਮਾਨੇ ਦੇ ਵਿੱਚ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਨੂੰ ਆਪਾਂ ਪੈਸੇ ਦਿੱਤੇ ਉਸ ਨੂੰ ਲਿਖ ਲਿਆ, ਜਾਂ ਕਿਸੇ ਤੋਂ ਪੈਸੇ ਲਏ ਉਸ ਨੂੰ ਵੀ ਲਿਖ ਲਿਆ, ਅਤੇ ਇਸ ਨੂੰ ਆਪਾਂ ਕਹਿੰਦੇ ਸੀ ਕਿ ਅਕਾਊਂਟਿੰਗ। ਇਸ ਨੂੰ ਕੰਪਿਊਟਰ ਫਾਰਮੈਟ ਦੇ ਵਿੱਚ, ਕੰਪਿਊਟਰ ਸੋਫਟਵੇਅਰ ਦੇ ਵਿੱਚ ਲਿਖਣ ਵਾਸਤੇ ਅਸੀਂ ਟੈਲੀ ਸੋਫਟਵੇਅਰ ਯੂਜ਼ ਕਰਦੇ ਹਾਂ ਜੋ ਕਿ ਅਕਾਊਂਟਿੰਗ ਦਾ ਇੱਕ ਬੈਸਟ ਸੋਫਟਵੇਅਰ ਹੈ। ਬਿਜ਼ਨਸ ਟ੍ਰਾਂਜੈਕਸ਼ਨ ਦੇ ਵਿੱਚ ਮੁੱਖ ਰੂਪ ਦੇ ਵਿੱਚ ਜੋ ਹੇਠ ਲਿਖੀਆਂ ਟ੍ਰਾਂਜੈਕਸ਼ਨਸ ਨੇ ਉਹ ਹੁੰਦੀਆਂ ਹਨ, ਜਿਵੇਂ ਕਿ ਸੇਲ ਟ੍ਰਾਂਜੈਕਸ਼ਨ, ਪਰਚੇਜ ਟ੍ਰਾਂਜੈਕਸ਼ਨ, ਪੇਮੈਂਟ, ਰਿਸਿਪਟ, ਕ੍ਰੈਡੀਟਰ, ਡੈਬਿਟਰ, ਪ੍ਰੋਫਿਟ ਐਂਡ ਲਾਸ ਸਟੇਟਮੈਂਟ, ਸਟਾਕ ਐਕਸਪੈਂਸਿਸ, ਇਨਕਮ, ਕੈਸ਼ ਬੈਲੈਂਸ, ਬੈਂਕ ਬੈਲੈਂਸ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਜੋ ਟ੍ਰਾਂਜੈਕਸ਼ਨਸ ਨੇ ਉਹ ਟੈਲੀ ਦੇ ਵਿੱਚ ਰਿਕਾਰਡ ਕੀਤੀਆਂ ਜਾ ਸਕਦੀਆਂ ਨੇ, ਜਾਂ ਅਸੀਂ ਇਵੇਂ ਕਹਿ ਸਕਦੇ ਹਾਂ ਕਿ ਅਕਾਊਂਟਿੰਗ ਦੇ ਅੰਦਰ ਆਉਂਦੀਆਂ ਹਨ। ਚਲੋ ਆਪਾਂ ਹੁਣ ਟੈਲੀ ਸੋਫਟਵੇਅਰ ਡਾਊਨਲੋਡ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਇਸ ਨੂੰ ਆਪਾਂ ਕਿਵੇਂ ਡਾਊਨਲੋਡ ਕਰਦੇ ਹਾਂ ਅਤੇ ਕਿਵੇਂ ਕੰਪਿਊਟਰ ਦੇ ਉੱਪਰ ਇੰਸਟਾਲ ਕਰਦੇ ਹਾਂ। ਸਭ ਤੋਂ ਪਹਿਲਾਂ google.com 'ਤੇ ਜਾਓ। google.com 'ਤੇ ਜਾ ਕੇ ਇਸ ਤੋਂ ਬਾਅਦ ਇੱਥੇ ਲਿਖੋ ਟੈਲੀ। ਇਸ ਤੋਂ ਬਾਅਦ ਤੁਸੀਂ tellysolutions.com 'ਤੇ ਜਾਓਗੇ। ਇੱਥੇ ਜਾਓ, ਇਸ ਤੋਂ ਬਾਅਦ ਤੁਸੀਂ ਡਾਊਨਲੋਡ 'ਤੇ ਕਲਿੱਕ ਕਰ ਦਿਓ। ਤੁਹਾਡਾ ਸੋਫਟਵੇਅਰ ਡਾਊਨਲੋਡ ਹੋਣਾ ਸਟਾਰਟ ਹੋ ਜਾਵੇਗਾ। ਇਹ ਤਕਰੀਬਨ 112 MB ਦਾ ਹੈ। ਇਸ ਨੂੰ ਤੁਸੀਂ ਡਾਊਨਲੋਡ ਕਰ ਲਓ। ਕੁਛ ਮਿੰਟਾਂ ਬਾਅਦ ਇਹ ਡਾਊਨਲੋਡ ਹੋ ਚੁੱਕਿਆ ਹੈ। ਹੁਣ ਤੁਸੀਂ ਇਸ ਨੂੰ ਓਪਨ ਕਰੋ ਅਤੇ ਇਸ ਨੂੰ ਇੰਸਟਾਲ ਕਰੋ। ਇੰਸਟਾਲੇਸ਼ਨ ਦੌਰਾਨ ਜਦੋਂ ਤੁਸੀਂ ਇਸ ਸਕਰੀਨ 'ਤੇ ਪਹੁੰਚੋਗੇ ਤਾਂ ਇੱਥੇ ਤੁਹਾਨੂੰ ਟੈਲੀ ਇੰਸਟਾਲੇਸ਼ਨ ਪਾਥ ਸਿਲੈਕਟ ਕਰਨ ਦੀ ਆਪਸ਼ਨ ਮਿਲੇਗਾ। ਇੱਥੋਂ ਤੁਸੀਂ, ਜਿਵੇਂ ਕਿ ਮੈਂ ਇਸ ਨੂੰ ਆਪਣੀ E ਡਰਾਈਵ ਦੇ ਵਿੱਚ ਸਟੋਰ ਕਰਨ ਜਾ ਰਿਹਾ ਹਾਂ। ਮੇਰੇ ਕੋਲ E ਡਰਾਈਵ ਦੇ ਵਿੱਚ ਟੈਲੀ ERP9 ਨਾਮ ਦਾ ਫੋਲਡਰ ਜੋ ਹੈ ਉੱਥੇ ਕ੍ਰੀਏਟ ਕਰਨ ਜਾ ਰਿਹਾ ਇਸ ਨੂੰ। ਇਹ ਹੁਣ ਉੱਥੇ ਇੰਸਟਾਲ ਹੋਣੀ ਸ਼ੁਰੂ ਹੋ ਗਈ ਹੈ। ਕੁਛ ਹੀ ਦੇਰ ਦੇ ਵਿੱਚ ਇਹ ਇੰਸਟਾਲ ਹੋ ਜਾਵੇਗੀ ਅਤੇ ਆਪਾਂ ਨੂੰ ਟੈਲੀ ਦੀ ਵੈਲਕਮ ਸਕਰੀਨ ਜੋ ਹੈ ਉਹ ਮਿਲ ਜਾਏਗੀ।
ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਿ ਟੈਲੀ ERP 9 ਜੋ ਹੈ ਉਹ ਇੰਸਟਾਲ ਹੋ ਚੁੱਕੀ ਹੈ। ਇਸ ਤੋਂ ਬਾਅਦ ਆਪਾਂ ਇਸ ਨੂੰ ਡਨ ਕਰਦੇ ਹਾਂ ਤੇ ਉਸ ਤੋਂ ਬਾਅਦ ਟੈਲੀ ਦੀ ਜੋ ਵੈਲਕਮ ਸਕਰੀਨ ਹੈ ਉਹ ਆਉਣ ਲਈ ਤਿਆਰ ਹੈ। ਤੁਸੀਂ ਦੇਖ ਸਕਦੇ ਹੋ ਕਿ ਟੈਲੀ ERP 9 ਸੌਫਟਵੇਅਰ ਜੋ ਹੈ ਉਹ ਡਨ ਇੰਸਟਾਲ ਹੋ ਰਿਹਾ ਹੈ, ਇਨੀਸ਼ੀਅਲਾਈਜ਼ ਹੋ ਰਿਹਾ ਹੈ। ਟੈਲੀ ERP 9 ਜਾਂ ਟੈਲੀ ਸੌਫਟਵੇਅਰ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਇੱਕ ਪੇਡ ਸੌਫਟਵੇਅਰ ਹੈ, ਜਿਸ ਦੀ ਮਾਰਕੀਟ ਵੈਲਿਊ ਜੋ ਹੈ ਉਹ 20 ਤੋਂ 30,000 ਰੁਪਏ ਦੇ ਵਿੱਚ ਹੈ, ਲਾਇਸੈਂਸ ਅਗਰ ਤੁਸੀਂ ਇਸ ਦਾ ਲੈਣਾ ਹੋਵੇ। ਪਰ ਸਿੱਖਣ ਲਈ ਸਾਨੂੰ ਲਾਇਸੈਂਸ ਲੈਣ ਦੀ ਜ਼ਰੂਰਤ ਨਹੀਂ ਹੈ। ਇੱਥੇ ਇੱਕ ਹੈ ਵਰਕ ਇਨ ਐਜੂਕੇਸ਼ਨ ਮੋਡ, ਤੁਸੀਂ ਇੱਥੇ ਦੇਖ ਸਕਦੇ ਹੋ ਵਰਕ ਇਨ ਐਜੂਕੇਸ਼ਨ ਮੋਡ। ਵਰਕ ਇਨ ਐਜੂਕੇਸ਼ਨ ਮੋਡ ਦੇ ਵਿੱਚ ਤੁਸੀਂ 1 ਤੇ 2 ਤਰੀਕ ਦੇ ਵਿੱਚ ਐਂਟਰੀਆਂ ਪਾ ਕੇ ਤੁਸੀਂ ਇਸ ਸੌਫਟਵੇਅਰ ਦੇ ਸਾਰੇ ਫੀਚਰਸ ਜਿਹੜੇ ਨੇ ਉਹ ਯੂਜ਼ ਕਰ ਸਕਦੇ ਹੋ। ਸੋ ਸਾਨੂੰ ਇਸ ਵਾਸਤੇ ਲਾਇਸੈਂਸ ਲੈਣ ਦੀ ਜ਼ਰੂਰਤ ਨਹੀਂ ਹੈ। ਇਹ ਹੈ ਟੈਲੀ ਦੀ ਵੈਲਕਮ ਸਕਰੀਨ ਤੇ ਅਸੀਂ ਇੱਥੋਂ W ਪ੍ਰੈਸ ਕਰਕੇ ਇਸ ਦੇ ਵਰਕ ਇਨ ਐਜੂਕੇਸ਼ਨ ਮੋਡ ਦੇ ਵਿੱਚ ਐਂਟਰੀ ਕਰਾਂਗੇ। ਉਸ ਤੋਂ ਬਾਅਦ ਐਂਟਰ ਪ੍ਰੈਸ ਕਰਾਂਗੇ ਤੇ ਸਭ ਤੋਂ ਪਹਿਲੀ ਜੋ ਸਕਰੀਨ ਹੈ, ਜਿਸ ਦੀ ਜੋ ਕਿ ਟੈਲੀ ਦੀ ਵੈਲਕਮ ਸਕਰੀਨ ਹੈ, ਉਸ ਦੇ ਉੱਤੇ ਸਾਨੂੰ ਕੰਪਨੀ ਸਿਲੈਕਟ ਕਰਨ ਦਾ ਆਪਸ਼ਨ ਆਏਗਾ। ਕਿਉਂਕਿ ਅਸੀਂ ਫਸਟ ਟਾਈਮ ਇਹ ਜੋ ਸੌਫਟਵੇਅਰ ਹੈ ਉਸ ਨੂੰ ਚਲਾ ਰਹੇ ਹਾਂ, ਇਸ ਲਈ ਸਾਨੂੰ ਸਭ ਤੋਂ ਪਹਿਲਾਂ ਜੋ ਹੈ ਕੰਪਨੀ ਕ੍ਰੀਏਟ ਕਰਨੀ ਪਵੇਗੀ ਜਿੱਥੇ ਅਸੀਂ ਕੰਮ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਕ੍ਰੀਏਟ ਕੰਪਨੀ ਕਰਾਂਗੇ C ਦਬਾ ਕੇ, ਤੇ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ ਇਹ ਕੰਪਨੀ ਦਾ ਡਾਟਾ ਜਾਂ ਇਹ ਕੰਪਨੀ ਸੇਵ ਕਿੱਥੇ ਹੋ ਰਹੀ ਹੈ। ਬਾਈ ਡਿਫੋਲਟ ਇਸ ਦਾ ਪਾਥ ਯੂਜ਼ਰ ਪਬਲਿਕ ਟੈਲੀ ERP 9 ਡਾਟਾ ਦੇ ਵਿੱਚ ਹੁੰਦਾ ਹੈ, ਪਰ ਅਸੀਂ ਇਸ ਨੂੰ C ਡਰਾਈਵ ਦੇ ਵਿੱਚ ਇੰਸਟਾਲ ਨਹੀਂ ਕਰਨਾ ਤਾਂ ਕਿ ਕਿਉਂਕਿ ਅਗਰ ਕਦੇ ਵੀ C ਡਰਾਈਵ ਕਰਪਟ ਹੁੰਦੀ ਹੈ ਜਾਂ ਤੁਹਾਡੀ ਵਿੰਡੋ ਕਰਪਟ ਹੁੰਦੀ ਹੈ ਤੇ ਇਸ ਦਾ ਡਾਟਾ ਲੋਸਟ ਨਾ ਹੋਵੇ, ਇਸ ਕਰਕੇ ਅਸੀਂ ਇਸ ਨੂੰ ਕਿਸੇ ਦੂਸਰੀ ਪਾਰਟੀਸ਼ਨ ਦੇ ਵਿੱਚ D ਡਰਾਈਵ ਜਾਂ E ਡਰਾਈਵ ਦੇ ਵਿੱਚ ਇੰਸਟਾਲ ਕਰਾਂਗੇ। ਚਲੋ ਆਓ ਅਸੀਂ ਦੇਖਦੇ ਹਾਂ ਕਿ ਇਹ ਅਸੀਂ ਕਿਵੇਂ ਚੇਂਜ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਸੌਫਟਵੇਅਰ ਨੂੰ ਬੰਦ ਕਰੋ, ਜਿਸ ਵਾਸਤੇ ਤੁਹਾਨੂੰ ਕੰਟਰੋਲ Q ਦਬਾਉਣ ਦੀ ਜ਼ਰੂਰਤ ਪਏਗੀ। ਇਸ ਨਾਲ ਟੈਲੀ ਦਾ ਸੌਫਟਵੇਅਰ ਜੋ ਹੈ ਉਹ ਬੰਦ ਹੋ ਚੁੱਕਿਆ ਹੈ। ਫਿਰ ਤੁਸੀਂ ਇਸ ਦੇ ਸ਼ਾਰਟਕਟ ਤੇ ਜਾਓ ਜਾਂ ਜਿੱਥੇ ਤੁਸੀਂ ਇਸ ਨੂੰ ਇੰਸਟਾਲ ਕੀਤਾ ਹੋਇਆ E ਡਰਾਈਵ ਦੇ ਵਿੱਚ ਉੱਥੇ ਜਾਓ। E ਡਰਾਈਵ ਦੇ ਵਿੱਚ ਤੁਸੀਂ ਟੈਲੀ ਨਾਮ ਦਾ ਫੋਲਡਰ ਜੋ ਹੈ ਉਸ ਨੂੰ ਫਾਈਂਡ ਕਰੋ। ਤੁਸੀਂ ਟੈਲੀ ਨਾਮ ਦੇ ਫੋਲਡਰ ਦੇ ਅੰਦਰ ਜਾਓ। ਜਦੋਂ ਤੁਸੀਂ ਟੈਲੀ.ERP 9 ਫੋਲਡਰ ਦੇ ਅੰਦਰ ਆਓਗੇ, ਉੱਥੇ ਤੁਹਾਨੂੰ ਇੱਕ tally.ini ਨਾਮ ਦੀ ਫਾਈਲ ਮਿਲੇਗੀ। ਅਗਰ ਤੁਹਾਨੂੰ tally.ini ਨਾਮ ਦੀ ਫਾਈਲ ਨਹੀਂ ਦਿਖ ਰਹੀ ਤਾਂ ਤੁਸੀਂ ਕੀ ਕਰ ਸਕਦੇ ਹੋ, ਵਿਊ ਦੇ ਅੰਦਰ ਜਾ ਕੇ ਫੋਲਡਰ ਆਪਸ਼ਨ ਦੇ ਅੰਦਰ ਜਾ ਕੇ ਚੇਂਜ ਫੋਲਡਰ ਆਪਸ਼ਨ ਤੁਸੀਂ ਕਰਕੇ ਇਸ ਦੇ ਅੰਦਰ ਵਿਊ ਕਰਕੇ ਤੁਸੀਂ ਇੱਥੇ ਜਾ ਕੇ ਇਸ ਹਾਈਡ ਐਕਸਟੈਂਸ਼ਨ ਫੋਰ ਅਨਨੋਨ ਫਾਈਲਸ ਲਾਈਕ ਜੇ ਮੈਂ ਇਸ ਨੂੰ ਇੱਥੇ ਟਿਕ ਕਰ ਦਿੰਦਾ ਹਾਂ ਤਾਂ ਤੁਸੀਂ ਜੋ ਫਾਈਲਾਂ ਨੇ ਉਹ ਇਸ ਮੋਡ ਦੇ ਵਿੱਚ ਦੇਖੋਗੇ, ਤੁਹਾਨੂੰ ਐਕਸਟੈਂਸ਼ਨਸ ਉਸ ਦੀਆਂ ਨਹੀਂ ਦਿਖਣਗੀਆਂ, ਤੁਹਾਨੂੰ ਇਹ ਟੈਲੀ ਇਕੱਲਾ ਲਿਖਿਆ ਹੋਇਆ ਇੱਥੇ ਦਿਖਾਈ ਦੇਗਾ। ਅਗਰ ਤੁਸੀਂ ਇਸ ਦੀ ਫਾਈਲ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਥੇ ਵਿਊ ਦੇ ਉੱਤੇ ਜਾ ਕੇ ਹਾਈਡ ਐਕਸਟੈਂਸ਼ਨਸ ਫੋਰ ਅਨਨੋਨ ਫਾਈਲਸ 'ਤੇ ਕਲਿੱਕ ਕਰਨਾ ਪਏਗਾ। ਜਦੋਂ ਤੁਸੀਂ ਓਕੇ ਕਰੋਗੇ ਤਾਂ ਇਸ ਦੀ tally.ini ਨਾਮ ਦੀ ਫਾਈਲ ਜੋ ਹੈ ਉਹ ਦਿਖੇਗੀ। ਇਸ ਫਾਈਲ ਨੂੰ ਆਪਾਂ ਐਡਿਟ ਕਰਾਂਗੇ। ਐਡਿਟ ਕਰਨ ਲਈ ਤੁਸੀਂ Notepad++ ਜਾਂ ਵਿੰਡੋ ਦਾ ਡਿਫਾਲਟ ਜੋ ਨੋਟਪੈਡ ਹੈ ਉਸ ਨੂੰ ਯੂਜ਼ ਕਰ ਸਕਦੇ ਹੋ। ਮੈਂ ਵਿੰਡੋ ਦਾ ਡਿਫਾਲਟ ਨੋਟਪੈਡ ਹੈ ਜੋ ਉਸ ਨੂੰ ਯੂਜ਼ ਕਰ ਰਿਹਾ ਹਾਂ। ਤੁਸੀਂ ਇੱਥੇ ਦੇਖ ਸਕਦੇ ਹੋ ਸਪੈਸੀਫਾਈ ਲੋਕੇਸ਼ਨ ਆਫ ਡਾਟਾ ਫਾਈਲਸ। ਸਪੈਸੀਫਾਈ ਲੋਕੇਸ਼ਨ ਆਫ ਡਾਟਾ ਫਾਈਲਸ ਇੱਥੇ ਤੁਸੀਂ ਦੇਖ ਸਕਦੇ ਹੋ C ਡਰਾਈਵ ਲਿਖਿਆ ਹੋਇਆ, ਇੱਥੇ ਮੈਂ E ਡਰਾਈਵ ਕਰ ਦਿਆਂਗਾ ਕਿਉਂਕਿ ਮੇਰੇ ਕੋਲ ਜੋ ਟੈਲੀ ਹੈ ਮੈਂ ਉਹ E ਡਰਾਈਵ ਦੇ ਵਿੱਚ ਇੰਸਟਾਲ ਕੀਤੀ ਹੋਈ ਹੈ। ਸੋ ਇਸ ਤੋਂ ਬਾਅਦ ਮੈਂ ਇਸ ਨੂੰ ਇੱਥੇ ਲਿੰਕ ਕਰ ਦਿਆਂਗਾ। ਉਸ ਤੋਂ ਬਾਅਦ ਮੈਂ
डिफ़ॉल्ट कंपनी जो कि इत्थे यस है उसनों मैं नो कर देंगा। उस तो बाद इसनों मैं सेव कर देंगा। सेव करने तो बाद साडा टैली जो है वो स्टार्ट करने ਲਈ ਤਿਆਰ है। सो ਆਪਾਂ चलो स्टार्ट करते हाँ, देखते हाँ कि इसनों ਆਪਾਂ ਕਿਵੇਂ स्टार्ट करना है। इस तो बाद तुसी होम स्क्रीन पर आ जाओ। इत्थे तुहानूं टैली ERP9 का आइकन बनया होया दिखाई देगा। तुसी इस पर डबल क्लिक करो तो टैली ओपन हो जाएगी। सो ये टैली की वेलकम स्क्रीन खुल गई है। तुसी इत्थे W प्रेस करो। W प्रेस करने तो बाद एंटर दबाओ। एंटर दबाने तो बाद सेम वही क्रिएट कंपनी वास्ते C दबाओ। जो तुसी C दबाओगे इत्थे सब तो तुसी देख सकते हो कि हुण जो डायरैक्टरी का पाथ है वो ई ड्राइव तो उसके अंदर डाटा फोल्डर बन चुका है। तुसी इत्थे हुण अपनी कंपनी का नेम लिखो। जिवें मैं लिखन जा रहा हाँ ग्लीम फ्यूचर मेरी कंपनी का नाम है। उस तो बाद तुसी इत्थे ग्लीम फ्यूचर का जो मेलिंग एड्रैस है तुसी चाहो तो चेंज भी कर सकते हो। साडा जो मेलिंग नेम है वो सेम ही है। उस तो बाद मैं इत्थे कंपनी का एड्रैस लिखांगा। आपां कंपनी का एड्रैस लिखते हाँ प्लॉट कंपनी का एड्रैस लिखण तो बाद तुसी उस विच कंट्री लिखनी है। उस तो बाद उसकी स्टेट तुसी राइट हैंड साइड पर देख सकते हो कि तुहाडे कोल इत्थे स्टेट्स जिहड़ियां ने वो अवेलेबल हैं। जिवें कि अपनी स्टेट है पंजाब, मैं लिखांगा PUN तो पंजाब आ जाएगा। उस तो बाद एंटर। उस तो बाद पिन कोड जिवें साडा पिन कोड है 144410 144410। उस तो बाद तुसी कंपनी का फ़ोन नंबर 01826 220 128। उस तो बाद मोबाइल नंबर 7696 306560। उस तो बाद फैक्स साढ़े कोल है नहीं। उस तो बाद ईमेल ID ग्लीम फ्यूचर सर्विस GLEAM FUTURESERVICES gmail.com। उस तो बाद वैबसाइट www.gleamfuture.com। उस तो बाद आ गया फाइनैंशियल ईयर्स। जिमें आपां कह सकते हाँ कि साडा जो नॉर्मल साल है वो 1 जनवरी तो स्टार्ट होंदा है, पर जो फाइनैंशियल ईयर होंदा है वो 1 अप्रैल तो स्टार्ट होंदा है। इस करके 1 अप्रैल 2020 तो लैके 31 मार्च 2021 तक ये फाइनैंशियल ईयर होएगा। अकाउंटिंग दे विच कोई भी आपां काम करते हैं उसका जो साल का पहला दिन होंदा है वो 1 अप्रैल होंदा है। उस तो बाद आ गया बुक बिगनिंग फ्रॉम। ये एक देखण वाली चीज़ है इत्थे कि बुक बिगनिंग फ्रॉम असी कदों तो लिखा है। नॉर्मली जदों आपां ये कह सकते हाँ कि किसी भी कंपनी दे विच अगर कोई कंपनी पुरानी चल रही है तो उसकी जो बुक बिगनिंग्स फ्रॉम होएगी वो सेम डेट होएगी एज ए फाइनैंशियल ईयर। ਜਾਂ ਫਿਰ ਜਦੋਂ ਕੋਈ ਕੰਪਨੀ ਨਵੀਂ ਸਟਾਰਟ ਹੁੰਦੀ ਹੈ, ਮੰਨ ਲਓ ਤੁਸੀਂ ਸਤੰਬਰ ਦੇ ਮਹੀਨੇ ਦੇ ਵਿੱਚ ਉਹ ਸਟਾਰਟ ਹੋਈ 1 ਸਤੰਬਰ ਨੂੰ ਉਹ ਸਟਾਰਟ ਹੋਈ ਕੰਪਨੀ ਅਤੇ ਉਸ ਦੀ ਜੋ ਬੁੱਕ ਬਿਗਨਿੰਗ ਡੇਟ ਹੋਏਗੀ ਉਹ 1 ਸਤੰਬਰ ਹੋਏਗੀ। उस तो बाद आ गया पासवर्ड डिटेल्स टैली वैलिड पासवर्ड डिटेल। जो तुसी टैली नूं ओपन करोगे तो ये पासवर्ड मंगेगा जो असी इत्थे सैट करांगे। मैं हाले कोई भी पासवर्ड इत्थे सैट नहीं कर रहा। उस तो बाद तुसी अगे आ जाओ। अगे है यूज़ सिक्योरिटी कंट्रोल। अगर तुसी इसनूं यस करोगे तो तुसी थल्ले देखोगे कि नेम ऑफ एडमिनिस्ट्रेटर पासवर्ड। अगर तुसी ये फीचर ਨੂੰ यूज़ करोगे तो तुसी ਜਦੋਂ भी इस कंपनी ਨੂੰ ओपन करोगे तो ਤੁਹਾਡੇ ਕੋਲੋਂ ये इसकी डिटेल मंगेगा। मैं हाले इसनूं यूज़ नहीं कर रहा। सो उस तो बाद आ गया कुछ बेसिक इन्फॉर्मेशन जो असी कंपनी की सैट करनी चाहिए तो सैट कर सकते हाँ, अदरवाइज इसकी कोई ज़रूरत नहीं है। जिमें कि बेस करंसी सिंबल तुसी अगर यूज़ करना चाहते हो तो कर सकते हो, अदरवाइज इसकी कोई ज़रूरत नहीं। मैं मेरे लिए ये ऑलरेडी ये डिफ़ॉल्ट सैट है, मैं इसनूं सैट नहीं करांगा। इस करके मैं एंटर प्रेस करके अगे जा रहा हाँ। उस तो बाद ये पूछेगा असैप्ट, मैं इसनूं असैप्ट कर रहा हाँ। तो मेरी ये कंपनी जो है ग्लीम फ्यूचर के नाम नाल इत्थे क्रिएट हो गई है।
ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਸਾਡੀ ਕੰਪਨੀ ਕ੍ਰੀਏਟ ਹੋ ਚੁੱਕੀ ਹੈ। ਬਾਈ ਚਾਂਸ ਅਗਰ ਸਾਡੀ ਕੰਪਨੀ ਜੋ ਹੈ ਉਹ ਕ੍ਰੀਏਟ ਕਰਦੇ ਸਮੇਂ ਕੋਈ ਇਸ ਦੇ ਵਿੱਚ ਮਿਸਟੇਕ ਹੋ ਗਈ ਹੋਵੇ ਤਾਂ ਅਸੀਂ ਇਸ ਨੂੰ ਕਰੈਕਟ ਵੀ ਕਰ ਸਕਦੇ ਹਾਂ। ਅਗਰ ਸਾਨੂੰ ਕੋਈ ਕੰਪਨੀ ਦੇ ਵਿੱਚ ਕੋਈ ਜੋ ਮਿਸਟੇਕ ਹੈ ਉਸ ਨੂੰ ਕਰੈਕਟ ਕਰਨੀ ਹੈ ਤਾਂ ਅਲਟਰ ਕਰਨ ਵਾਸਤੇ ਅਸੀਂ F3 ਦਬਾਵਾਂਗੇ। F3 ਦਬਾਉਣ ਤੋਂ ਬਾਅਦ ਕੰਪਨੀ ਇਨਫੋਰਮੇਸ਼ਨ ਸਾਡੇ ਕੋਲ ਆਏਗਾ। ਇੱਥੇ ਅਸੀਂ ਅਲਟਰ 'ਤੇ ਕਲਿੱਕ ਕਰਾਂਗੇ। ਅਲਟਰ 'ਤੇ ਕਲਿੱਕ ਕਰਨ ਤੋਂ ਬਾਅਦ ਅਸੀਂ ਕੰਪਨੀ ਸਿਲੈਕਟ ਕਰਾਂਗੇ ਜਿਸ ਨੂੰ ਅਸੀਂ ਅਲਟਰ ਕਰਨਾ ਹੈ। ਮੇਰੇ ਕੋਲ ਇਹ ਕੰਪਨੀ ਹੈ ਗਲੀਮ ਫਿਊਚਰ। ਮੈਂ ਗਲੀਮ ਫਿਊਚਰ 'ਤੇ ਕਲਿੱਕ ਕਰਾਂਗਾ। ਉਸ ਤੋਂ ਬਾਅਦ ਅਗਰ ਅਸੀਂ ਕੋਈ ਚੇਂਜਿਸ ਕਰਨੀਆਂ ਹਨ ਤਾਂ ਅਸੀਂ ਇੱਥੇ ਚੇਂਜਿਸ ਉਹ ਕਰ ਸਕਦੇ ਹਾਂ। ਚੇਂਜਿਸ ਕਰਨ ਤੋਂ ਬਾਅਦ ਅਸੀਂ ਸੇਮ ਉਸੇ ਤਰ੍ਹਾਂ ਹੀ ਐਂਟਰ ਪ੍ਰੈਸ ਕਰਕੇ ਅਸੀਂ ਅੱਗੇ ਚੱਲਦੇ ਜਾਵਾਂਗੇ ਅਤੇ ਇਸ ਨੂੰ ਅਸੀਂ ਐਕਸੈਪਟ ਕਰਕੇ ਸੇਵ ਕਰ ਦਿਆਂਗੇ। ਉਸ ਤੋਂ ਬਾਅਦ ਸਾਡੇ ਕੋਲ ਜੋ ਹੈ ਇਹ ਸਕਰੀਨ ਖੁੱਲ੍ਹ ਜਾਵੇਗੀ ਜਿਸ ਨੂੰ ਆਪਾਂ ਕਹਿੰਦੇ ਹਾਂ ਗੇਟਵੇ ਆਫ ਟੈਲੀ। ਇਹ ਆਪਾਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਫਿਲਹਾਲ ਲਈ ਇੰਨਾ ਹੀ। ਤੁਸੀਂ ਆਪਣੀ ਕੰਪਨੀ ਕ੍ਰੀਏਟ ਕਰਨ ਤੱਕ ਦਾ ਜੋ ਹੋਮਵਰਕ ਹੈ ਉਹ ਕਰ ਲਵੋ ਅਤੇ ਅੱਗੇ ਆਪਾਂ ਫਿਰ ਡਿਸਕਸ ਕਰਾਂਗੇ।